ਹੈਲੋ ਸਟੂਡੈਂਟਸ, ਅੱਜ ਆਪਾਂ ਦੇਖਾਂਗੇ C++ ਇਨੀਸ਼ੀਅਲਾਈਜ਼ ਕਰਨ ਦਾ। ਦੇਖੋ ਕੀ ਮਤਲਬ ਹੁੰਦਾ ਹੈ ਇਨੀਸ਼ੀਅਲਾਈਜ਼ੇਸ਼ਨ ਦਾ ਕੀ ਮਤਲਬ ਹੈ ਕਿ ਜਦੋਂ ਵੀ ਆਪਾਂ ਕੋਈ ਵੇਰੀਏਬਲ ਜਾਂ ਕੋਈ ਚੀਜ਼ ਕ੍ਰੀਏਟ ਕਰਦੇ ਹਾਂ, ਉਸੇ ਟਾਈਮ ਤੇ ਐਟ ਦੀ ਟਾਈਮ ਆਫ ਕ੍ਰੀਏਸ਼ਨ ਜਦੋਂ ਆਪਾਂ ਉਹਨੂੰ ਕੋਈ ਵੈਲਿਊ ਅਸਾਈਨ ਕਰ ਦਿੰਦੇ ਹਾਂ ਤਾਂ ਉਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਇਨੀਸ਼ੀਅਲਾਈਜ਼ੇਸ਼ਨ। ਜਿੱਦਾਂ ਕਿ ਸਪੋਜ਼ ਕਰੋ ਤੁਸੀਂ ਲਿਖਦੇ ਹੋ ਇੰਟ a। ਅਗਰ ਆਪਾਂ ਇਕੱਲਾ a ਲਿਖ ਰਹੇ ਹਾਂ ਇੱਥੇ ਤਾਂ a ਇੱਕ ਡਿਫਾਈਨ ਹੋਏਗਾ, ਬਟ ਇਹਦੇ ਵਿੱਚ ਕੋਈ ਆਪਾਂ ਵੈਲਿਊ ਅਸਾਈਨ ਨਹੀਂ ਕੀਤੀ। ਇਹਨੂੰ ਆਪਾਂ ਇਨੀਸ਼ੀਅਲਾਈਜ਼ੇਸ਼ਨ ਨਹੀਂ ਕਹਿ ਸਕਦੇ। ਇਨੀਸ਼ੀਅਲਾਈਜ਼ੇਸ਼ਨ ਕਦੋਂ ਹੋਏਗੀ? ਜਦੋਂ ਆਪਾਂ ਇਹਦੇ ਨਾਲ ਕੋਈ ਵੈਲਿਊ ਅਸਾਈਨ ਕਰਾਂਗੇ। ਸੋ a ਦੀ ਵੈਲਿਊ ਜਦੋਂ ਆਪਾਂ 10 ਅਸਾਈਨ ਕਰਦੀ ਹੈ ਐਟ ਦੀ ਟਾਈਮ ਆਫ ਕ੍ਰੀਏਸ਼ਨ, ਸੋ ਉਹਨੂੰ ਆਪਾਂ ਕੀ ਬੋਲਦੇ ਹਾਂ, ਇਨੀਸ਼ੀਅਲਾਈਜ਼ੇਸ਼ਨ। ਇਹ ਸੀ ਆਪਾਂ ਇੰਟੀਜਰ ਵੇਰੀਏਬਲ ਦੀ ਇਨੀਸ਼ੀਅਲਾਈਜ਼ੇਸ਼ਨ ਕੀਤੀ ਹੈ। ਇਸੇ ਤਰੀਕੇ ਨਾਲ ਤੁਸੀਂ ਫਲੋਟ, ਸਪੋਜ਼ b ਹੈ, ਉਹਦੀ ਵੈਲਿਊ ਦਿੱਤੀ 10.5, ਤਾਂ ਉੱਥੇ b ਨੂੰ ਵੀ ਆਪਾਂ ਇਨੀਸ਼ੀਅਲਾਈਜ਼ ਕਰਤਾ। ਇਹਦੀ ਵੈਲਿਊ ਕਿੰਨੀ ਆ ਗਈ? 10.5। ਹੁਣ ਸਪੋਜ਼ ਕਰੋ ਤੁਹਾਡੇ ਕੋਲ ਇੱਥੇ ਇੱਕ ਸਟਰਕਚਰ ਬਣਿਆ ਹੋਇਆ ਹੈ, ਸਟਰਕਟ ਸਟੂਡੈਂਟ ਦੇ ਵਿੱਚ ਆਪਾਂ 3 ਵੇਰੀਏਬਲ ਡਿਫਾਈਨ ਕੀਤੇ ਨੇ। ਕਿਹੜੇ? ਇੰਟ ਰੋਲ ਨੰਬਰ, ਏਜ ਤੇ ਇੱਕ ਸਟ੍ਰਿੰਗ ਲਿਆ ਆਪਾਂ ਨੇ ਨੇਮ। ਤਾਂ ਇੱਥੇ 3 ਵੇਰੀਏਬਲ ਹੋ ਗਏ, ਰੋਲ ਨੰਬਰ, ਏਜ ਐਂਡ ਨੇਮ। ਤਾਂ ਆਪਾਂ ਸਟੂਡੈਂਟ ਦਾ ਜਦੋਂ ਇੱਕ ਵੇਰੀਏਬਲ ਕ੍ਰੀਏਟ ਕਰਾਂਗੇ ਉਹਨੂੰ ਵੀ ਆਪਾਂ ਇਨੀਸ਼ੀਅਲਾਈਜ਼ੇਸ਼ਨ ਕਰ ਸਕਦੇ ਹਾਂ। ਕਿਵੇਂ? ਦੇਖੋ ਸਟੂਡੈਂਟ ਸਪੋਜ਼ s1, ਦੈਨ ਆਪਾਂ ਲਿਖਦੇ ਹਾਂ ਇਜ਼ ਇਕੁਅਲ ਟੂ, ਤੇ ਕਰਲੀ ਬ੍ਰੇਸਿਸ ਦੇ ਵਿੱਚ ਆਪਾਂ ਦੇਵਾਂਗੇ ਵੈਲਿਊਜ਼। ਤਾਂ ਵੈਲਿਊਜ਼ ਆਪਾਂ ਕਿਸ ਆਰਡਰ 'ਚ ਦੇਵਾਂਗੇ? ਜਿਸ ਆਰਡਰ 'ਚ ਆਪਾਂ ਵੇਰੀਏਬਲ ਡਿਫਾਈਨ ਕੀਤੇ ਆ। ਤਾਂ ਸਭ ਤੋਂ ਪਹਿਲਾਂ ਕੀ ਹੈ? ਰੋਲ ਨੰਬਰ। ਸਪੋਜ਼ ਰੋਲ ਨੰਬਰ ਆਪਾਂ ਦਿੱਤਾ 101, ਦੈਨ ਏਜ, ਸਪੋਜ਼ ਏਜ ਹੈ 21, ਦੈਨ ਨੇਮ। ਹੁਣ ਨੇਮ ਕੀ ਇੱਕ ਸਟ੍ਰਿੰਗ ਹੈ, ਸੋ ਸਟ੍ਰਿੰਗ ਨੂੰ ਆਪਾਂ ਡਬਲ ਕੋਟਸ 'ਚ ਲਿਖਾਂਗੇ। ਸਪੋਜ਼ ਤੁਸੀਂ ਵੈਲਿਊ ਦਿੱਤੀ ਅਮਨ। ਤਾਂ ਇੱਥੇ ਹੁਣ 101 ਵੈਲਿਊ ਕਿਸ 'ਚ ਜਾਏਗੀ? ਪਹਿਲਾਂ ਆਪਾਂ ਇਹਨੂੰ ਕਰਦੇ ਹਾਂ S1 ਦੇ ਵਿੱਚ ਕੀ ਹੈ? ਰੋਲ ਨੰਬਰ, ਏਜ ਐਂਡ ਨੇਮ। ਸੋ ਰੋਲ ਨੰਬਰ ਦੇ ਵਿੱਚ ਕਿੰਨੀ ਵੈਲਿਊ ਆਏਗੀ? 101, ਦੈਨ 21 ਵੈਲਿਊ ਕਿੱਥੇ ਜਾਏਗੀ? ਏਜ ਦੇ ਵਿੱਚ, ਤੇ ਅਮਨ ਵੈਲਿਊ ਕਿੱਥੇ ਜਾਏਗੀ? ਨੇਮ ਦੇ ਵਿੱਚ। ਸੋ ਇਸ ਤਰੀਕੇ ਨਾਲ ਆਪਾਂ ਸਟਰਕਚਰ ਨੂੰ ਵੀ ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਨੈਕਸਟ ਹੈ ਕਲਾਸ ਸਪੋਜ਼ ਆਪਾਂ ਇੱਕ ਨੰਬਰ ਕਲਾਸ ਕ੍ਰੀਏਟ ਕੀਤੀ। ਨੰਬਰ ਕਲਾਸ ਦਾ ਨਾਮ ਰੱਖ ਲਿਆ ਆਪਾਂ ਨੇ ਨੰਬਰ। ਉਹਦੇ ਵਿੱਚ ਆਪਾਂ 2 ਵੇਰੀਏਬਲ ਲਏ ਹੈ, a ਐਂਡ b। ਸੋ a ਤੇ b 2 ਵੇਰੀਏਬਲ ਨੇ, ਡਾਟਾ ਮੈਂਬਰਸ ਕਹਿ ਸਕਦੇ ਹਾਂ। ਤੇ 2 ਆਪਾਂ ਇੱਥੇ ਫੰਕਸ਼ਨ ਲਏ ਆ, ਸਪੋਜ਼ ਇਨਪੁਟ ਐਂਡ ਆਊਟਪੁੱਟ। ਜਦੋਂ ਆਪਾਂ ਇਹਦਾ ਕੋਈ n1 ਕ੍ਰੀਏਟ ਕਰਾਂਗੇ, ਨੰਬਰ n1, ਤਾਂ n1 ਦੇ ਵਿੱਚ ਕੀ ਆ ਗਿਆ? a ਐਂਡ b, ਕਿਉਂਕਿ ਆਪਾਂ 2 ਵੇਰੀਏਬਲ ਲਏ ਸੀ, 2 ਡਾਟਾ ਮੈਂਬਰਸ ਲਏ ਸੀ, ਸੋ ਇਸ ਕਰਕੇ n1 ਦੇ ਵਿੱਚ a ਤੇ b ਕ੍ਰੀਏਟ ਹੋ ਜਾਣਗੇ। ਬਟ ਅਗਰ ਤੁਸੀਂ ਇੱਥੇ ਲਿਖੋਗੇ ਇਜ਼ ਇਕੁਅਲ ਟੂ 10 20, ਤਾਂ ਇਹ ਵੈਲਿਊਜ਼ ਇੱਥੇ ਨਹੀਂ ਜਾਣਗੀਆਂ। ਇੱਥੇ ਕੀ ਆਊਗੀ? ਐਰਰ ਆਊਗੀ। ਐਰਰ ਕਿਉਂ ਆਊਗੀ? ਕਿ n1 ਕੀ ਇੱਕ ਆਬਜੈਕਟ ਹੈ, ਤੁਸੀਂ ਆਬਜੈਕਟ ਨੂੰ ਇਸ ਤਰੀਕੇ ਨਾਲ ਇਨੀਸ਼ੀਅਲਾਈਜ਼ ਨਹੀਂ ਕਰ ਸਕਦੇ। ਸੋ ਇਹ ਇੱਥੇ ਪ੍ਰੋਬਲਮ ਹੈ। ਇਹ ਪ੍ਰੋਬਲਮ ਕੀ ਹੈ? ਪ੍ਰੋਬਲਮ ਆਫ ਇਨੀਸ਼ੀਅਲਾਈਜ਼ੇਸ਼ਨ। ਸੋ ਆਬਜੈਕਟ ਨੂੰ ਆਪਾਂ ਇਸ ਤਰੀਕੇ ਨਾਲ ਇਨੀਸ਼ੀਅਲਾਈਜ਼ ਨਹੀਂ ਕਰ ਸਕਦੇ। ਤੁਸੀਂ ਕਿਸੇ ਵੀ ਨਾਰਮਲ ਵੇਰੀਏਬਲ ਨੂੰ ਇਨੀਸ਼ੀਅਲਾਈਜ਼ ਕਰ ਸਕਦੇ ਹੋ, ਸਟਰਕਚਰ ਵੇਰੀਏਬਲ ਨੂੰ ਵੀ ਇਨੀਸ਼ੀਅਲਾਈਜ਼ ਕਰ ਸਕਦੇ ਹਾਂ, ਜਾਂ ਕੋਈ ਹੋਰ ਵੇਰੀਏਬਲ ਹੈ ਉਹਨੂੰ ਵੀ ਆਪਾਂ ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਆਪਾਂ ਇਨੀਸ਼ੀਅਲਾਈਜ਼ ਕਰ ਸਕਦੇ ਹਾਂ, ਬਟ ਕਲਾਸ ਦੇ ਆਬਜੈਕਟ ਨੂੰ ਇਸ ਤਰੀਕੇ ਨਾਲ ਇਨੀਸ਼ੀਅਲਾਈਜ਼ ਨਹੀਂ ਕਰ ਸਕਦੇ। ਉਹਨੂੰ ਇਨੀਸ਼ੀਅਲਾਈਜ਼ ਕਰਨ ਲਈ ਆਪਾਂ ਨੂੰ ਕੋਈ ਹੋਰ ਮੈਥਡ ਅਪਣਾਉਣਾ ਪਏਗਾ। ਸੋ ਉਹਦੇ ਲਈ ਪਹਿਲਾਂ ਆਪਾਂ ਇੱਕ ਸਿੰਪਲ ਪ੍ਰੋਗਰਾਮ ਦੇਖਦੇ ਹਾਂ। ਸਪੋਜ਼ ਇੱਥੇ ਆਪਣੇ ਕੋਲ ਇੱਕ ਪ੍ਰੋਗਰਾਮ ਹੈ, ਜਿੱਦਾਂ ਕਿ ਆਪਾਂ ਲਾਸਟ 2-4 ਪ੍ਰੋਗਰਾਮ ਕੀਤੇ ਹੈ। ਲਾਸਟ ਲੈਕਚਰਸ 'ਚ ਆਪਾਂ ਕਲਾਸਿਸ ਦੇ ਪ੍ਰੋਗਰਾਮ ਕੀਤੇ। ਉਹਦੇ 'ਚ ਦੇਖੋ ਕੀ ਹੈ, ਆਪਾਂ ਨੇ ਕਲਾਸ ਲਈ ਨੰਬਰ ਤੋਂ ਬਾਅਦ a ਐਂਡ b 2 ਵੇਰੀਏਬਲ ਕ੍ਰੀਏਟ ਕੀਤੇ। ਦੈਨ ਪਬਲਿਕ ਐਕਸੈਸ ਸਪੈਸੀਫਾਇਰ ਲਾਇਆ। ਇਹਦੇ ਵਿੱਚ ਆਪਾਂ ਹੁਣ ਜਿੰਨੇ ਵੀ ਫੰਕਸ਼ਨਸ ਡਿਫਾਈਨ ਕਰਾਂਗੇ, ਨੋਰਮਲੀ ਫੰਕਸ਼ਨਸ ਨੂੰ ਆਪਾਂ ਪਬਲਿਕ ਰੱਖਦੇ ਹਾਂ। ਸੋ ਇਸ ਕਰਕੇ 2 ਫੰਕਸ਼ਨ ਲਏ ਆਪਾਂ ਨੇ, ਇਨਪੁਟ ਐਂਡ ਆਊਟਪੁੱਟ। ਸਪੋਜ਼ ਇਨਪੁਟ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? a ਤੇ b ਦੋਨਾਂ ਨੂੰ ਵੈਲਿਊਜ਼ ਅਸਾਈਨ ਕਰਤੀਆਂ ਆਪਾਂ 0। a ਤੇ b ਦੋਨਾਂ ਨੂੰ 0 ਵੈਲਿਊਜ਼ ਅਸਾਈਨ ਕਰਤੀਆਂ। ਤੁਸੀਂ ਕੋਈ ਵੀ ਹੋਰ ਵੈਲਿਊ ਲੈ ਸਕਦੇ ਹੋ, 10 20 500, ਜੋ ਮਰਜ਼ੀ ਵੈਲਿਊਜ਼ ਆਪਾਂ ਇੱਥੇ ਲੈ ਸਕਦੇ ਹਾਂ। ਸੋ ਮੈਂ ਇੱਥੇ ਵੈਲਿਊਜ਼ ਕਿਹੜੀਆਂ ਲੈ ਰਿਹਾ? a ਦੀ ਵੈਲਿਊ ਵੀ 0 ਅਸਾਈਨ ਕਰਤੀ ਤੇ b ਦੀ ਵੈਲਿਊ ਵੀ 0 ਅਸਾਈਨ ਕਰਤੀ। ਨੈਕਸਟ ਹੈ ਆਊਟਪੁੱਟ। ਸੋ ਆਊਟਪੁੱਟ ਦੇ ਵਿੱਚ ਆਪਾਂ a ਤੇ b ਦੀ ਵੈਲਿਊਜ਼ ਨੂੰ ਪ੍ਰਿੰਟ ਕਰਵਾ ਰਹੇ ਹਾਂ। ਦੈਨ ਕਲਾਸ ਕਲੋਜ਼ ਹੋ ਗਈ। ਹੁਣ ਮੇਨ ਫੰਕਸ਼ਨ ਦੇ ਵਿੱਚ ਦੇਖੋ ਆਪਾਂ ਕੀ ਕੀਤਾ? ਨੰਬਰ n1 ਐਂਡ n2 2 ਵੇਰੀਏਬਲ ਕ੍ਰੀਏਟ ਕੀਤੇ, 2 ਆਬਜੈਕਟ ਕ੍ਰੀਏਟ ਕੀਤੇ, n1 ਐਂਡ n2। ਦੋਨਾਂ ਦੇ ਵਿੱਚ ਕੀ ਹੋਏਗਾ? a ਐਂਡ b ਹੋਣਗੇ। ਸੋ n1 ਤੇ n2 ਕ੍ਰੀਏਟ ਹੋ ਗਏ, ਬਟ ਇੱਥੇ ਕੋਈ ਵੀ ਆਪਾਂ ਵੈਲਿਊਜ਼ ਇਨੀਸ਼ੀਅਲਾਈਜ਼ ਨਹੀਂ ਕੀਤੀਆਂ। ਸੋ ਇਸ ਕਰਕੇ ਇੱਥੇ ਹਜੇ ਕੋਈ ਵੈਲਿਊਜ਼ ਨਹੀਂ ਹੈ, ਜਾਂ ਕਹਿ ਸਕਦੇ ਹਾਂ ਇੱਥੇ ਹਜੇ ਗਾਰਬੇਜ ਵੈਲਿਊਜ਼ ਨੇ। ਅਗਰ ਤੁਸੀਂ ਇਹਨਾਂ ਨੂੰ ਪ੍ਰਿੰਟ ਕਰਵਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੋਈ ਨਾ ਕੋਈ ਗਾਰਬੇਜ ਵੈਲਿਊਜ਼ ਪ੍ਰਿੰਟ ਹੋਣਗੀਆਂ। ਗਾਰਬੇਜ ਵੈਲਿਊ ਦਾ ਮਤਲਬ ਹੁੰਦਾ ਹੈ ਕੋਈ ਵੀ ਅਨਪ੍ਰੀਡਿਕਟੇਬਲ ਵੈਲਿਊ।
ਕੰਪਿਊਟਰ ਆਪਣੇ ਵੱਲੋਂ ਕੋਈ ਵੀ ਇੱਕ ਵੈਲਿਊ ਅਸਾਈਨ ਕਰ ਦਿੰਦਾ। ਨੈਕਸਟ ਹੈ n1 ਡੋਟ ਇਨਪੁਟ। ਹੁਣ n1 ਦਾ ਇਨਪੁਟ ਫੰਕਸ਼ਨ ਕਾਲ ਹੋਇਆ, ਇੱਥੇ ਆਪਾਂ a ਤੇ b ਨੂੰ ਕੀ ਵੈਲਿਊਜ਼ ਅਸਾਈਨ ਕਰ ਰਹੇ ਹਾਂ 0 ਐਂਡ 0। ਸੋ ਇਹ a ਤੇ b ਕਿਹਦੇ ਹੋਣਗੇ n1 ਦੇ। ਸੋ ਇਹਨਾਂ ਨੂੰ ਵੈਲਿਊਜ਼ ਕਿੰਨੀਆਂ ਅਸਾਈਨ ਹੋ ਗਈਆਂ 0 0। ਦੈਨ n2 ਡੋਟ ਇਨਪੁਟ, n2 ਵਾਸਤੇ ਇਨਪੁਟ ਫੰਕਸ਼ਨ ਕਾਲ ਹੋਇਆ, ਇੱਥੇ a ਤੇ b ਹੁਣ ਕਿਤੇ ਬੰਨੇ ਜਾਣਗੇ n2 ਦੇ। ਸੋ ਇਹਦੇ ਵਿੱਚ ਵੀ ਵੈਲਿਊਜ਼ ਕਿੰਨੀਆਂ ਅਸਾਈਨ ਹੋ ਗਈਆਂ 0 ਐਂਡ 0। ਤਾਂ ਹੁਣ ਦੇਖੋ ਇੱਥੇ ਹੋਇਆ ਕੀ ਹੈ ਕਿ ਆਪਾਂ ਨੇ 0 0 ਵੈਲਿਊ ਅਸਾਈਨ ਕਰਨ ਵਾਸਤੇ ਆਪਾਂ ਨੂੰ ਦੋ ਫੰਕਸ਼ਨ ਕਾਲ ਕਰਨੇ ਪਏ, n1 ਡੋਟ ਇਨਪੁਟ ਐਂਡ ਦੈਨ n2 ਡੋਟ ਇਨਪੁਟ। ਮਤਲਬ ਆਪਾਂ ਨੂੰ ਵੈਲਿਊਜ਼ ਦੇਣ ਵਾਸਤੇ ਚਾਹੇ ਉਹ ਡਿਫਾਲਟ ਵੈਲਿਊਜ਼ ਹੀ ਨੇ 0 0 ਵੈਲਿਊਜ਼ ਹੀ ਨੇ, ਬਟ ਆਪਾਂ ਨੂੰ ਕੀ ਹੈ ਦੋ ਫੰਕਸ਼ਨਸ ਕਾਲ ਕਰਨੇ ਪਏ, ਯਾਨੀ ਕਿ ਦੋਨਾਂ ਦੇ ਇਨਪੁਟ ਫੰਕਸ਼ਨ ਕਾਲ ਕਰਨੇ ਪਏ। ਸੋ ਇਹਦੀ ਡਿਸਐਡਵਾਂਟੇਜ ਸੀ ਕਿਉਂਕਿ ਆਪਾਂ ਇਹਨੂੰ ਇਨੀਸ਼ੀਅਲਾਈਜ਼ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਜਿਵੇਂ ਆਪਾਂ ਕੋਈ ਹੋਰ ਵੇਰੀਏਬਲਸ ਕਰਦੇ ਹਾਂ। ਉਸ ਤੋਂ ਬਾਅਦ ਆਪਾਂ n1 ਡੋਟ ਆਊਟਪੁੱਟ ਐਂਡ n2 ਡੋਟ ਆਊਟਪੁੱਟ ਦੋਨਾਂ ਨੂੰ ਆਊਟਪੁੱਟ ਕਰਵਾ ਲਿਆ ਹੈ। ਆਊਟਪੁੱਟ ਦੇ ਵਿੱਚ ਕੀ ਵੈਲਿਊਜ਼ ਪ੍ਰਿੰਟ ਹੋਣਗੀਆਂ, ਪਹਿਲਾਂ n1 ਦੀ ਪ੍ਰਿੰਟ ਹੋਈ a is equal to 0 and b is equal to 0। then ਉਸ ਤੋਂ ਬਾਅਦ n2 ਦੀਆਂ a is equal to 0 and b is equal to 0। ਸੋ ਇਹ ਕੀ ਹੈ ਆਊਟਪੁੱਟ ਆ ਰਹੀ ਹੈ ਇਸ ਪਾਰਟਿਕੂਲਰ ਪ੍ਰੋਗਰਾਮ ਦੀ। ਬਟ ਹੁਣ ਇੱਥੇ ਡਿਸਐਡਵਾਂਟੇਜ ਕੀ ਹੋ ਰਹੀ ਹੈ, ਆਪਾਂ ਦੇਖ ਕੇ ਹਟੇ ਹਾਂ ਕਿ ਆਪਾਂ ਨੂੰ ਚਾਹੇ ਡਿਫਾਲਟ ਵੈਲਿਊਜ਼ ਹੀ ਆਪਾਂ ਅਸਾਈਨ ਕਰ ਰਹੇ ਹਾਂ, ਯਾਨੀ ਕਿ 0 0 ਹੀ ਅਸਾਈਨ ਕਰ ਰਹੇ ਹਾਂ ਜਾਂ ਕੋਈ ਵੀ ਹੋਰ ਵੈਲਿਊ ਅਸਾਈਨ ਕਰ ਰਹੇ ਹਾਂ, ਤਾਂ ਇੱਥੇ ਆਪਾਂ ਨੂੰ ਕੀ ਹੈ ਫੰਕਸ਼ਨ ਸਪੈਸ਼ਲੀ ਕਾਲ ਕਰਨਾ ਪੈ ਰਿਹਾ। ਆਪਾਂ ਐਟ ਦੀ ਟਾਈਮ ਆਫ ਆਬਜੈਕਟ ਕ੍ਰੀਏਸ਼ਨ ਕੋਈ ਵੀ ਵੈਲਿਊ ਅਸਾਈਨ ਨਹੀਂ ਕਰ ਰਹੇ, ਜੋ ਕਿ ਕਨਸੈਪਟ ਹੁੰਦਾ ਇਨੀਸ਼ੀਅਲਾਈਜੇਸ਼ਨ ਦਾ। ਇਨੀਸ਼ੀਅਲਾਈਜੇਸ਼ਨ ਚ ਕੀ ਹੈ, ਜਦੋਂ ਆਪਾਂ ਕੋਈ ਚੀਜ਼ ਕ੍ਰੀਏਟ ਕਰਦੇ ਹਾਂ ਚਾਹੇ ਉਹ ਵੇਰੀਏਬਲ ਹੈ ਜਾਂ ਆਬਜੈਕਟ ਹੈ, ਆਪਾਂ ਉੱਥੇ ਹੀ ਵੈਲਿਊ ਅਗਰ ਦੇ ਦਿੰਦੇ ਆ ਤਾਂ ਉਹਨੂੰ ਆਪਾਂ ਇਨੀਸ਼ੀਅਲਾਈਜੇਸ਼ਨ ਬੋਲਦੇ ਹਾਂ। ਸੋ ਅਗਰ ਆਬਜੈਕਟ ਨੂੰ ਇਨੀਸ਼ੀਅਲਾਈਜ਼ ਕਰਨਾ ਹੈ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ, ਉਹਦੇ ਲਈ ਆਪਾਂ ਯੂਜ਼ ਕਰਾਂਗੇ ਕਨਸੈਪਟ ਆਫ ਕੰਸਟਰਕਟਰ। ਸੋ ਕੰਸਟਰਕਟਰ ਕੀ ਹੁੰਦਾ ਦੇਖੋ, what is constructor? ਕੰਸਟਰਕਟਰ ਕੀ ਹੈ, ਕੰਸਟਰਕਟਰ ਇਜ਼ ਏ ਮੈਂਬਰ ਫੰਕਸ਼ਨ। ਸਭ ਤੋਂ ਪਹਿਲਾਂ ਕੀ ਹੈ ਕੰਸਟਰਕਟਰ ਕੀ ਇੱਕ ਮੈਂਬਰ ਫੰਕਸ਼ਨ ਆਫ ਏ ਕਲਾਸ। ਜਿੱਦਾਂ ਹੁਣੀ ਲਾਸਟ ਐਗਜ਼ਾਮਪਲ ਚ ਆਪਾਂ ਲੈ ਕੇ ਹਟਿਆ ਦੋ ਫੰਕਸ਼ਨ ਲਏ ਸੀ ਆਪਾਂ ਨੇ ਇਨਪੁਟ ਤੇ ਆਊਟਪੁੱਟ। ਸੋ ਕੰਸਟਰਕਟਰ ਕੀ ਹੈ ਇੱਕ ਮੈਂਬਰ ਫੰਕਸ਼ਨ ਹੈ, ਬਟ ਇੱਕ ਡਿਫਰੈਂਸ ਹੈ ਇਹਦੇ ਵਿੱਚ। ਪਹਿਲਾਂ ਆਪਾਂ ਦੋ ਫੰਕਸ਼ਨ ਦੇ ਨਾਮ ਕੀ ਲਏ ਸੀ ਇਨਪੁਟ ਐਂਡ ਆਊਟਪੁੱਟ, ਬਟ ਕੰਸਟਰਕਟਰ ਦੇ ਵਿੱਚ ਕੀ ਹੈ ਕੰਸਟਰਕਟਰ ਇਜ਼ ਏ ਮੈਂਬਰ ਫੰਕਸ਼ਨ ਆਫ ਏ ਕਲਾਸ whose name is same as the class name। ਜਿਹਦਾ ਨੇਮ ਕੀ ਹੈ ਸੇਮ ਐਜ਼ ਦੀ ਕਲਾਸ ਨੇਮ ਹੋਏਗਾ, ਯਾਨੀ ਕਿ ਅਗਰ ਤੁਸੀਂ ਕਲਾਸ ਦਾ ਨੇਮ ਲੈ ਰਹੇ ਹੋ ਨੰਬਰ, ਦੇਖੋ ਇੱਥੇ ਆਪਾਂ ਐਗਜ਼ਾਮਪਲ ਚ ਇੱਕ ਕਲਾਸ ਲਈ ਹੈ, ਕਲਾਸ ਦਾ ਨੇਮ ਕੀ ਲਿਆ ਹੈ ਨੰਬਰ, ਤੇ ਉਸ ਤੋਂ ਬਾਅਦ ਆਪਾਂ ਇੰਟ ab ਦੋ ਵੇਰੀਏਬਲ ਕ੍ਰੀਏਟ ਕੀਤੇ a ਐਂਡ b, ਪਬਲਿਕ ਲਗਾਇਆ ਕਿਉਂਕਿ ਫੰਕਸ਼ਨਸ ਆਪਾਂ ਕੀ ਲਵਾਂਗੇ ਸਾਰੇ ਪਬਲਿਕ ਲਵਾਂਗੇ। ਦੈਨ ਆਪਾਂ ਇੱਕ ਫੰਕਸ਼ਨ ਕ੍ਰੀਏਟ ਕੀਤਾ, ਉਹਦਾ ਨਾਮ ਦੇਖੋ ਕੀ ਹੈ ਉਰੇ, ਫੰਕਸ਼ਨ ਦਾ ਨਾਮ ਹੈ ਉਰੇ ਨੰਬਰ, ਕਲਾਸ ਦਾ ਨਾਮ ਵੀ ਨੰਬਰ ਹੈ ਤੇ ਫੰਕਸ਼ਨ ਦਾ ਨਾਮ ਵੀ ਨੰਬਰ ਲਿਆ ਆਪਾਂ ਨੇ। ਸੋ ਇਸ ਕਰਕੇ ਇਹਨੂੰ ਆਪਾਂ ਕੀ ਬੋਲਾਂਗੇ ਕੰਸਟਰਕਟਰ। ਤੇ ਇਹ ਕਿਹੜਾ ਕੰਸਟਰਕਟਰ ਹੈ ਡਿਫਾਲਟ ਕੰਸਟਰਕਟਰ। ਕੰਸਟਰਕਟਰ ਦੀਆਂ ਦੋ ਤਿੰਨ ਟਾਈਪਸ ਨੇ, ਸੋ ਆਪਾਂ ਫਸਟ ਟਾਈਪ ਕਰ ਰਹੇ ਹਾਂ ਅੱਜ ਪਹਿਲਾਂ। ਸੋ ਇਹ ਕਿਹੜਾ ਕੰਸਟਰਕਟਰ ਮੰਨਿਆ ਜਾਏਗਾ ਡਿਫਾਲਟ ਕੰਸਟਰਕਟਰ। ਸੋ ਕੰਸਟਰਕਟਰ ਹੋਰ ਕੁਝ ਨਹੀਂ ਹੈ, ਕੰਸਟਰਕਟਰ ਇਜ਼ ਜਸਟ ਏ ਫੰਕਸ਼ਨ। ਕੰਸਟਰਕਟਰ ਇਜ਼ ਏ ਮੈਂਬਰ ਫੰਕਸ਼ਨ ਆਫ ਦੀ ਕਲਾਸ whose name is same as the class name। ਸੋ ਇਹਦਾ ਨੇਮ ਵੀ ਕੀ ਹੈ ਸੇਮ ਐਜ਼ ਦੀ ਕਲਾਸ ਨੇਮ ਹੈ। ਸੋ ਇਟ ਹੈਜ਼ ਨੋ ਰਿਟਰਨ ਟਾਈਪ ਨੋਟ ਇਵਨ void। ਕੰਸਟਰਕਟਰ ਦੇ ਵਿੱਚ ਕੋਈ ਵੀ ਆਪਾਂ ਰਿਟਰਨ ਟਾਈਪ ਇੱਥੇ ਯੂਜ਼ ਨਹੀਂ ਕਰਦੇ, ਈਵਨ ਕਿ void ਵੀ ਮੈਂਸ਼ਨ ਨਹੀਂ ਕਰਦੇ, ਕਿਉਂਕਿ ਕੰਸਟਰਕਟਰ ਕੋਈ ਵੀ ਵੈਲਿਊ ਰਿਟਰਨ ਨਹੀਂ ਕਰ ਸਕਦਾ। ਇੱਕ ਲਿਮਿਟੇਸ਼ਨ ਹੈ, ਕਹਿ ਸਕਦੇ ਹਾਂ ਕਿ ਕੰਸਟਰਕਟਰ ਦੇ ਵਿੱਚ ਆਪਾਂ ਕੋਈ ਵੀ ਵੈਲਿਊ ਰਿਟਰਨ ਨਹੀਂ ਕਰਵਾਉਂਦੇ। ਸੋ ਇੱਥੇ ਹੁਣ ਦੇਖੋ ਮੈਂ ਕੀ ਕਰ ਰਿਹਾ a ਤੇ b ਨੂੰ ਕੀ ਵੈਲਿਊਜ਼ ਅਸਾਈਨ ਕਰ ਰਿਹਾ 10 ਐਂਡ 20। ਸੋ ਕੰਸਟਰਕਟਰ ਦਾ ਮਤਲਬ ਕੀ ਹੋਏਗਾ, ਹੁਣ ਇਹਦੇ ਨਾਲ ਨੈਕਸਟ ਆਪਾਂ ਪਹਿਲਾਂ ਦੇਖਦੇ ਹਾਂ ਇੱਕ ਹੋਰ ਫੰਕਸ਼ਨ ਲਿਆ ਹੈ void output, ਜਿਹਦੇ ਵਿੱਚ ਆਪਾਂ a ਤੇ b ਦੀਆਂ ਵੈਲਿਊਜ਼ ਪ੍ਰਿੰਟ ਕਰਵਾਈਆਂ। ਹੁਣ ਇੱਥੇ ਆ ਗਿਆ ਮੇਨ ਫੰਕਸ਼ਨ। ਮੇਨ ਫੰਕਸ਼ਨ ਦੇ ਵਿੱਚ ਆਪਾਂ ਤਿੰਨ ਆਬਜੈਕਟ ਕ੍ਰੀਏਟ ਕੀਤੇ ਆ ਨੰਬਰ ਦੇ, n1 n2 ਐਂਡ n3। ਸੋ n1 ਕ੍ਰੀਏਟ ਹੋਇਆ, n2 ਕ੍ਰੀਏਟ ਹੋਇਆ ਤੇ n3 ਕ੍ਰੀਏਟ ਹੋਇਆ। ਤਿੰਨਾਂ ਦੇ ਵਿੱਚ ਕੀ ਹੈ a ਐਂਡ b ਨੇ। ਹੁਣ ਕੰਸਟਰਕਟਰ ਕੀ ਹੈ, ਕੰਸਟਰਕਟਰ ਇੱਕ ਫੰਕਸ਼ਨ ਹੈ ਜਿਹੜਾ ਕਿ ਆਟੋਮੈਟਿਕਲੀ ਕਾਲ ਹੁੰਦਾ ਹੈ ਜਦੋਂ ਵੀ ਤੁਸੀਂ ਉਹਦੇ ਆਬਜੈਕਟ ਕ੍ਰੀਏਟ ਕਰਦੇ ਹੋ। ਸੋ ਇੱਥੇ ਆਪਾਂ ਨੂੰ ਹੁਣ ਇਨਪੁਟ ਫੰਕਸ਼ਨ ਜਿੱਦਾਂ ਆਪਾਂ ਲਾਸਟ ਪ੍ਰੋਗਰਾਮ 'ਚ ਕੀਤਾ ਸੀ ਕਿ ਆਪਾਂ ਨੂੰ ਵੈਲਿਊਜ਼ ਦੇਣ ਵਾਸਤੇ ਇਨਪੁਟ ਫੰਕਸ਼ਨ ਨੂੰ ਕਾਲ ਕਰਨਾ ਪੈ ਰਿਹਾ ਸੀ, ਬਟ ਇੱਥੇ ਹੁਣ ਆਪਾਂ ਨੂੰ ਇਨਪੁਟ ਫੰਕਸ਼ਨ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਜਿਹੜਾ ਫੰਕਸ਼ਨ ਹੈ ਨੰਬਰ ਜਿਹਨੂੰ ਆਪਾਂ ਕੰਸਟਰਕਟਰ ਬੋਲਦੇ ਹਾਂ, ਸੋ ਇਹ ਆਟੋਮੈਟਿਕਲੀ ਕਾਲ ਹੋਏਗਾ ਜਦੋਂ ਤੁਸੀਂ ਇਹਦੇ ਆਬਜੈਕਟ ਕ੍ਰੀਏਟ ਕੀਤੇ, ਯਾਨੀ ਕਿ ਇਹ ਇੱਥੇ ਹੁਣ ਇਨੀਸ਼ੀਅਲਾਈਜ਼ ਹੋ ਰਿਹਾ। n1 ਜਦੋਂ ਕ੍ਰੀਏਟ ਕੀਤਾ n1 ਦਾ ਕੰਸਟਰਕਟਰ ਕਾਲ ਹੋਇਆ ਤੇ ਉੱਥੇ ਆਪਾਂ ਵੈਲਿਊਜ਼ ਕਿੰਨੀਆਂ ਅਸਾਈਨ ਕਰ ਰਹੇ ਹਾਂ 10 ਐਂਡ 20। ਸੋ ਇੱਥੇ ਵੈਲਿਊਜ਼ ਅਸਾਈਨ ਹੋ ਗਈਆਂ 10 ਐਂਡ 20। ਦੈਨ n2 ਕ੍ਰੀਏਟ ਹੋਇਆ, n2 ਦਾ ਵੀ ਕੰਸਟਰਕਟਰ ਕਾਲ ਹੋ ਰਿਹਾ ਹੈ, ਉੱਥੇ ਵੀ ਵੈਲਿਊਜ਼ ਕਿੰਨੀਆਂ ਆਈਆਂ 10 ਐਂਡ
20। इसी तरीके नाल n3 जो क्रिएट होया ਉਹਦਾ भी कंस्ट्रक्टर कॉल होगा आटोमैटिकली तो वैल्यूज असाइन हो गई 10 एंड 20। दैन उस तो बाद आप जस्ट वैल्यूज की करवा रहे हैं आउटपुट करवा रहे हैं n1 डॉट आउटपुट दे विच की वैल्यूज प्रिंट होणगीਆਂ n1 दियां a इज इक्वल टू 10 b इज इक्वल टू 20। दैन n2 ਦਾ आउटपुट फंक्शन कॉल होया ਉੱਥੇ भी वैल्यूज प्रिंट होणगीਆਂ a इज इक्वल टू 10 एंड b इज इक्वल टू 20। दैन n3 ਦਾ आउटपुट फंक्शन कॉल होया a इज इक्वल टू 10 एंड b इज इक्वल टू 20। सो ਹੁਣ ਇੱਥੇ ਕੀ ਸੀ ਕਿ ਆਪਾਂ ਇੱਕ डिफॉल्ट वैल्यूज असाइन ਕਰਤੀਆਂ ਜਦੋਂ ਆਪਾਂ ਨੇ ऑब्जेक्ट क्रिएट किया। सो ਇਹਦਾ मतलब ਇੱਥੇ n1 n2 n3 ਨੂੰ ਆਪਾਂ ਇਨੀਸ਼ੀਅਲਾਈਜ਼ ਕਰਤਾ ਐਟ ਦੀ ਟਾਈਮ ਆਫ ऑब्जेक्ट क्रिएशन। सो कंस्ट्रक्टर की आप देखते हैं करी दोबारा डेफिनेशन। कंस्ट्रक्टर की इज मैंबर फंक्शन ऑफ ए क्लास। कंस्ट्रक्टर की एक फंक्शन है हुज नेम इज सेम एज दी क्लास नेम। ਇਹਦਾ नेम की होएगा सेम एज क्लास नेम होएगा तो ਇਹਦੇ ਵਿੱਚ ਆਪਾਂ कोई भी रिटर्न वैल्यू यूज नहीं करांगे नॉट इवन वॉइड। इट मस्ट बी एन इंस्टांस मैंबर फंक्शन। एक इंस्टांस मैंबर यानी कि नॉर्मल मैंबर फंक्शन होना चाहिए दैट इट कैन नॉट बी स्टैटिक। सो लास्ट लैक्चर च आप देखा कि स्टैटिक जोड़े फंक्शन होंगे ने पूरी की पूरी क्लास में बिलोंग करते हैं बट जो कंस्ट्रक्टर है वो एक इंस्टांस मैंबर फंक्शन होना चाहिए यानी कि वो पर्टिकुलर ऑब्जेक्ट में बिलोंग करना चाहिए। सो ये लाइन काफ़ी इंपॉर्टेंट है। इतने नैक्सट है इट इज़ इनवोक्ड। इनवोक्ड में आप बोलते हैं कॉल्ड। सो इट इज़ कॉल्ड ऑटोमैटिकली वैन एन ऑब्जेक्ट इज़ क्रिएटेड ऑफ दैट क्लास। सो जो ही आप ऑब्जेक्ट क्रिएट करांगे ये ऑटोमैटिकली कॉल हो जाएगा। आपको अलग तो इनू कॉल करने की जरूरत नहीं है तो ना ही आप अलग तो कॉल कर सकते हैं। सो जो कंस्ट्रक्टर है कंस्ट्रक्टर होर कुछ नहीं जस्ट एक फंक्शन है तो वो ऑटोमैटिकली कॉल होंगे जो आप ऑब्जेक्ट क्रिएट करते हैं। तो कंस्ट्रक्टर की फर्स्ट टाइप है दैट इज़ डिफॉल्ट कंस्ट्रक्टर। ये दो होर टाइप्स ने पैरामीटराइज्ड कंस्ट्रक्टर एंड कॉपी कंस्ट्रक्टर वो आप नैक्सट लैक्चर से दिखांगे। सो ये सी जस्ट डिफॉल्ट कंस्ट्रक्टर। थैंक यू।